ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਲ ਸ਼ੋ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਤਹਿ ਦਿਲੋਂ ਤੇ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਜਾਣਦੀ ਹਾਂ ਬਹੁਤ ਸਾਰੇ ਲੋਕ ਅੱਜ ਦੀ ਤਰੀਕ ਦੇ ਵਿੱਚ ਵਧਾਈਆਂ ਲੈ ਨਹੀਂ ਰਹੇ। ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਮੁਸੀਬਤਾਂ ਆ ਜਾਂਦੀਆਂ ਨੇ ਜਿਹੜੀਆਂ ਕਿ ਇਹ ਕਹਿੰਦੀਆਂ ਨੇ ਕਿ ਇਸ ਵਾਰ ਵਧਾਈ ਦੀ ਕੋਈ ਜ਼ਰੂਰਤ ਨਹੀਂ ਹੈਗੀ, ਪਰ ਫਿਰ ਵੀ ਮੈਂ ਵਧਾਈ ਦੇ ਰਹੀ ਹੈਗੀ ਹਾਂ ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਚੱलते रहिए तो ये भी नाल नाल चलती रहिंदी हैगी आ। भाषण देने बहुत ज़्यादा जिहड़े ने सौखे हुंदे ने, पर जदों चीज़ां सही नहीं हुंदियां दिक्कत जिहड़ी आ गलियां नालियां तो लैके वो परिवारां तक आ जांदी आ। दिक्कत जिहड़ी आ वो परिवारां च सोग तो लैके फिर रिश्तेदारां तक पहुंच जांदी आ। दिक्कत जिहड़ी आ वो जित्थों शुरू करिए उस तो किते अगाह तक पहुंच जांदी आ। पर इन्नी गल जरूर हैगी आ कि जे रात हुंदी आ तां दिन जरूर आउणा ही आउणा हैगा। सो अजिहे विच फिर भी मुबारकां तुहानूं देनी हैगीआं। मेरी जिंदगी दे विच भी कुछ दिक्कतां इस दरम्यान रहीआं, पर अगे चलना आ, अगे तुरना आ। बहुत सारे लोग रेजोल्यूशनस लैंदे ने, रेजोल्यूशन तां मैं कोई भी नहीं लिया हैगा, पर मैं इन्नी गल जरूर कहनी हैगी आ कि वाहिगुरू ਦਾ ਨਾਂ ਲੈ ਕੇ ਅੱਗੇ ਵਧੀਏ। ਜਦੋਂ ਹੱਥ 'ਚ ਕੁਛ ਨਹੀਂ ਹੁੰਦਾ ਨਾ, ਜਦੋਂ ਹੈਲਪਲੈਸ ਹੁੰਨੇ ਆ, ਉਦੋਂ ਇਹ ਹੁੰਦਾ ਕਿ ਬਈ ਹੁਣ ਸਾਰਾ ਕੁਛ ਜਿਹੜਾ ਆ ਰੱਬ ਤੇ ਛੱਡ ਦਿੱਤਾ ਜਾਏ। ਨਿਤਨੇਮ ਕਰੀਏ, ਇੰਨੀ ਦਾਤ ਜਿਹੜੀ ਆ ਉਹ ਮਿਲੇ। ਰੱਬ ਨੂੰ ਵਿਸਾਰੀਏ ਨਾ, ਇੰਨੀ ਦਾਤ ਮਿਲੇ। ਚੰਗੇ ਇਨਸਾਨ ਬਣ ਸਕੀਏ, ਜੇ ਕੁਝ ਹੋਰ ਨਾ ਬਣ ਸਕੀਏ ਤਾਂ ਇੰਨੀ ਦਾਤ ਜਿਹੜੀ ਆ ਜ਼ਰੂਰ ਮਿਲੇ। ਤੇ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਚੰਗੇ ਇਨਸਾਨ ਬਣਨ ਦੀਆਂ, ਇਹ ਬਾਦਸਤੂਰ ਜਾਰੀ ਰਹਿਣ। ਸੋ ਅਜਿਹੇ ਵਿੱਚ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਤੇ ਜੋ ਪਿੱਛੇ ਰਹਿ ਗਿਆ, ਸਾਰਾ ਕੁਛ ਪਿੱਛੇ ਨਹੀਂ ਛੱਡਣਾ ਹੈਗਾ, ਕਿਉਂਕਿ ਕੁਛ ਚੰਗਾ ਵੀ ਹੁੰਦਾ ਨਾ, ਨਾਲ ਲੈ ਕੇ ਤੁਰਨਾ ਹੁੰਦਾ। ਪਰ ਜੋ ਅਗਲੇ ਸਾਲ ਵਿੱਚ ਆ ਕੇ ਤੰਗ ਕਰੇ, ਪਰੇਸ਼ਾਨ ਕਰੇ, ਉਹਨੂੰ ਪਿੱਛੇ ਛੱਡਣਾ ਹੀ ਸਹੀ ਹੁੰਦਾ। ਕੁਛ ਆਦਤਾਂ ਨੂੰ ਛੱਡਣਾ ਜਾਂ ਕੁਛ ਇਨਸਾਨਾਂ ਨੂੰ ਵੀ ਛੱਡਣਾ ਬਹੁਤ ਜ਼ਿਆਦਾ ਔਖਾ ਹੁੰਦਾ। ਪਰ ਇੰਨੀ ਗੱਲ ਫਿਰ ਕਹਾਂਗੀ ਕਿ ਜੋ ਅੱਗੇ ਆ ਕੇ ਤੰਗ ਕਰੇ, ਇੱਕ ਵਾਰੀ ਕੌੜਾ ਘੁੱਟ ਜਿਹੜਾ ਹੈ ਉਹ ਭਰਨਾ ਸਹੀ ਹੈ। ਸੋ ਅਜਿਹੇ ਵਿੱਚ ਅੱਗੇ ਵਧਣਾ ਹੈ ਤੇ ਅੱਗੇ ਵਧਦਿਆਂ ਜਜ਼ਬੇ ਦੇ ਨਾਲ ਅੱਗੇ ਵਧਣਾ ਹੈ। ਸਿਰਫ ਉੱਠਣਾ ਨਹੀਂ ਹੈ, ਸਿਰਫ ਉੱਠਣਾ ਨਹੀਂ ਹੈ, ਜਿਉਣਾ ਹੈ, ਜਾਗਣਾ ਹੈ। ਤੇ ਇਹੀ ਕੋਸ਼ਿਸ਼ ਰਹਿੰਦੀ ਹੈ ਦ ਬੈਨੀਪਲ ਸ਼ੋ ਦੀ ਵੀ। ਬੈਨੀਪਲ ਸਾਹਿਬ ਅਕਸਰ ਜਦੋਂ ਵੀ ਇਸ ਸ਼ੋ ਦੇ ਵਿੱਚ ਆਉਂਦੇ ਨੇ ਤੇ ਇੱਕ ਐਨਰਜੀ ਲੈਵਲ ਜਿਹੜਾ ਬਹੁਤ ਹਾਈ ਹੋ ਜਾਂਦਾ ਹੈ। ਤੇ ਮੈਂ ਅੱਜ ਮਤਲਬ ਅਖੀਰਲਾ ਦਿਨ ਹੈਗਾ ਮੇਰਾ ਇਸ ਵਕੇਸ਼ਨ ਦਾ, ਯਾਨੀ ਕਿ ਮੇਰੇ ਸਹੁਰੇ ਪਿੰਡ ਆਉਣ ਦਾ। ਦੇਖੋ, ਵਕੇਸ਼ਨ ਦਾ ਨਾਂ ਦੇਣਾ ਪੈਂਦਾ, ਆਪਣੇ ਘਰ ਆਉਣ ਨੂੰ ਵਕੇਸ਼ਨ ਦਾ ਨਾਂ ਦੇਣਾ ਪੈਂਦਾ ਹੈਗਾ। ਸੋ ਦਿੱਕਤਾਂ ਮੈਨੂੰ ਪਤਾ ਆਉਂਦੀਆਂ ਹੈਗੀਆਂ, ਕਦੀ ਆਵਾਜ਼ ਸਹੀ ਨਹੀਂ ਆਉਂਦੀ ਹੈਗੀ। ਹੁਣ ਜਿੱਥੇ ਮੈਂ ਬੈਠੀ ਹੋਈ ਹਾਂ ਤੇ ਨਾਲ ਹੀ ਗਲੀ ਆ, ਇੱਥੋਂ ਤੁਹਾਨੂੰ ਆਵਾਜ਼ਾਂ ਆਉਣਗੀਆਂ, ਇੱਥੋਂ ਵੀ ਕੁੱਕਰ ਦੀਆਂ ਸੀਟੀਆਂ ਸੁਣਨੀਆਂ ਹੈਗੀਆਂ, ਇੱਥੋਂ ਤੀਵੀਆਂ ਲੰਘਣਗੀਆਂ, ਆਪਸ 'ਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੀਆਂ ਜਾਂਦੀਆਂ ਨੇ, ਉਹ ਵੀ ਆਵਾਜ਼ਾਂ ਆਉਂਦੀਆਂ ਨੇ, ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਵਹੀਕਲਸ ਜਿਹੜੇ ਨੇ ਉਹ ਬਥੇਰੇ ਇੱਥੋਂ ਲੰਘਦੇ ਹੈਗੇ ਨੇ ਗਲੀ 'ਚੋਂ। ਸੋ ਇਹ ਸਾਰੀਆਂ ਆਵਾਜ਼ਾਂ ਆਉਣਗੀਆਂ, ਪਰ ਆਉਣ ਵਾਲੇ ਵਕਤ ਦੇ ਵਿੱਚ, ਯਾਨੀ ਇੱਕ ਦਿਨ ਬਾਅਦ ਹੀ ਚੀਜ਼ਾਂ ਜਿਹੜੀਆਂ ਨੇ ਸੋਲਵ ਹੋ ਜਾਣਗੀਆਂ। ਫਿਰ ਆਪਾਂ ਸ਼ਾਂਤੀ ਨਾਲ ਬੈਠਾਂਗੇ ਤੇ ਫਿਰ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਹੈ ਉਹ ਡਿਸਟਰਬ ਨਹੀਂ ਕਰੇਗੀ। ਤੇ ਨਾਲੋਂ ਨਾਲ ਸਾਡੀਆਂ ਖਬਰਾਂ ਜਿਹੜੀਆਂ ਨੇ ਉਹ ਬਦਸਤੂਰ ਜਾਰੀ ਰਹਿਣਗੀਆਂ, ਅਨਫਿਲਟਰਡ ਖਬਰਾਂ, ਜਿਵੇਂ ਕਿ ਤੁਸੀਂ ਜਾਣਦੇ ਹੋ। ਬਾਕੀ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਕੱਲ ਤੋਂ ਫਿਰ ਉਹੀ ਆਫਿਸ ਵਗੈਰਾ ਸਾਰਾ ਕੁਝ ਸ਼ੁਰੂ ਹੋ ਜਾਣਾ ਹੈਗਾ ਆ, ਨੋਰਮਲਾਈਜ਼ ਹੋ ਜਾਣੀ ਹੈਗੀ ਆ। ਅਜੇ ਉਹ ਮੋਡ ਹੈਗਾ ਜਦੋਂ ਇਨਸਾਨ ਕੰਮ ਜਿਹੜਾ ਹੈ ਉਹ ਘੱਟ ਕਰਦਾ ਹੈਗਾ, ਘਰ ਦੇ ਕੰਮਾਂ 'ਚ ਜ਼ਿਆਦਾ ਲੱਗਿਆ ਰਹਿੰਦਾ, ਰੁੱਝਿਆ ਰਹਿੰਦਾ ਹੈਗਾ, ਦਫ਼ਤਰ ਦੇ ਕੰਮ ਨਹੀਂ ਕਰਦਾ। ਪਰ ਹੁਣ ਕੱਲ ਤੋਂ ਫਿਰ ਉਹ ਵੀ ਸ਼ੁਰੂ ਹੋ ਜਾਣੇ ਹੈਗੇ ਆ। ਤੁਹਾਡੇ ਅੱਗੇ ਵੀ ਜਦੋਂ ਆਉਣਾ ਤੇ ਮਾਹੌਲ ਜਿਹੜਾ ਹੈ ਪੂਰਾ ਬਦਲਿਆ ਹੋਇਆ ਹੋਏਗਾ। ਤੇ ਮਾਫੀ ਚਾਹਾਂਗੀ ਇਸ ਦਰਮਿਆਨ ਤੁਹਾਨੂੰ ਜੋ ਵੀ ਦਿੱਕਤ ਆਈਆਂ, ਕਦੀ ਆਵਾਜ਼ ਦੇ ਵਿੱਚ ਤੇ ਕਦੀ ਮਤਲਬ ਇਹ ਸਭ, ਜਿਵੇਂ ਕਹਿੰਦੇ ਆ ਨਾ ਕਿ ਇੱਕ ਪ੍ਰੋਪਰ ਸੈਟਅਪ ਵੀ ਕਿਤੇ ਨਾ ਕਿਤੇ ਜ਼ਰੂਰੀ ਹੁੰਦਾ। ਹਾਲਾਂਕਿ ਬਹੁਤ ਸਾਰੇ ਦਰਸ਼ਕ ਕਹਿੰਦੇ ਹੁੰਦੇ ਆ ਨਹੀਂ ਖਬਰਾਂ ਸਾਨੂੰ ਸਹੀ ਮਿਲ ਰਹੀਆਂ, ਸਾਨੂੰ ਕਿਸ ਤਰ੍ਹਾਂ ਦੀ ਸੈਟਅਪ ਦੀ ਲੋੜ ਨਹੀਂ, ਤੁਸੀਂ ਆ ਜਾਂਦੇ ਹੋ, ਸਾਨੂੰ ਖਬਰਾਂ ਵੇਰਵੇ ਨਾਲ ਦਿੰਦੇ ਹੋ, ਸਾਡੇ ਵਾਸਤੇ ਇੰਨਾ ਹੀ ਬਹੁਤ ਹੈ। ਪਰ ਸਾਡਾ ਵੀ ਫਰਜ਼ ਬਣਦਾ ਨਾ ਕਿ ਅਸੀਂ ਹਰ ਚੀਜ਼ ਜਿਹੜੀ ਹੈ ਸੋਹਣੀ ਤਰ੍ਹਾਂ ਨਾਲ ਪਰੋਸੀਏ। ਬਾਕੀ ਉਹ ਇਹ ਵੀ ਜਿਹੜਾ ਮੇਰੇ ਵਾਲਾ ਸੈਟਅਪ ਹੈ ਉਹਦੇ ਟੈਂਪਰੇਰੀ ਸੈਟਅਪ ਹੈ, ਤੁਸੀਂ ਸਾਰੇ ਜਾਣਦੇ ਹੋ। ਜਦੋਂ ਬੈਨੀਪਲ ਸਾਹਿਬ ਨੇ 14-15 ਤਰੀਕ ਤੱਕ ਵਾਪਸ ਚਲੇ ਜਾਣਾ ਤੇ ਉਸ ਤੋਂ ਬਾਅਦ ਫਿਰ ਉਹੀ ਸਾਰਾ ਕੁਛ ਹੋਣਾ, ਫਿਰ ਸਾਰਾ ਕੁਛ ਬਦਸਤੂਰ ਜਾਰੀ ਰਹਿਣਾ ਹੈਗਾ। ਤੇ ਦੇਖੋ ਗੁੜ 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 ਇਹ ਗਲੀ 'ਚੋਂ ਜਿਹੜਾ ਹੈ ਇਹ ਬੁਲਟ ਲੰਘਿਆ ਆ ਤੇ ਇਹ ਪਟਾਕੇ ਪਾਉਂਦੇ ਜਾਂਦੇ ਹੈਗੇ ਆ, ਜਦ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਸਹੀ ਨਹੀਂ ਆ। ਖੈਰ ਕੋਈ ਗੱਲ ਨਹੀਂ, ਅਸੀਂ ਖਬਰਾਂ ਦੀ ਸ਼ੁਰੂਆਤ ਕਰਨੀ ਆ। ਤੇ ਖਬਰਾਂ ਅੱਜ ਦੀਆਂ ਕੀ ਕਹਿੰਦੀਆਂ ਨੇ, ਕੁਛ ਚੰਗੀਆਂ ਕੁਛ ਮਾੜੀਆਂ। 1 ਜਨਵਰੀ ਨੂੰ ਅਪਰਾਧੀ ਜਿਹੜੇ ਨੇ ਉਹ ਇਹ ਥੋੜੀ ਸਮਝਦੇ ਨੇ ਕਿ ਵੀ ਨਵੇਂ ਸਾਲ ਦਾ ਪਹਿਲਾ ਦਿਨ ਹੈਗਾ ਤੇ ਪਹਿਲੇ ਦਿਨ ਨੂੰ ਅਸੀਂ ਬਈ ਕੋਈ ਕਾਂਡ ਨਹੀਂ ਕਰਨਾ ਹੈਗਾ, ਕੋਈ ਗੁਨਾਹ ਨਹੀਂ ਕਰਨਾ ਹੈਗਾ। 1 ਜਨਵਰੀ ਨੂੰ ਅਸੀਂ ਰੱਬ ਦਾ ਨਾਂ ਹੀ ਲੈ ਲਈਏ, ਅਜਿਹਾ ਕੋਈ ਨਹੀਂ ਸਮਝਦਾ ਹੈਗਾ ਨਾ। ਇਹੋ ਜਿਹਾ ਤਾਂ ਮਤਲਬ ਇਹ ਵਤੀਰਾ ਹੋਣਾ ਸ਼ੁਰੂ ਹੋ ਜਾਏ, ਫਿਰ ਬਹੁਤ ਸਾਰੇ ਲੋਕ ਕਹਿਣਗੇ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਬੁਰਾ ਕੰਮ ਨਹੀਂ ਕਰਨਾ ਆ,
फिर उन्हां दिनां दे विच कोई बुरा काम नहीं करना। जे दिन भी मुकर्रर हो जाण तां भी क्राइम रेट बड़ा घट जाए, पर इदां थोड़ी हुंदा। ते जे सियासतदान ये सोच लैण कि नवां साल आ, पहले दिन आपां झूठ नहीं बोलना, पहले दिन असीं लोकां नूं ਜਿਹੜੀਆਂ ਨੇ ਉਹ ਲਾਰੇ नहीं लाने हैगे, जे ये सोच लैण ते फिर भी घाटा काहदा है। सानूं ये लगेगा कि 1 जनवरी ਜਿਹੜਾ बड़ा पाक साफ दिन हो गया, पर इदां दी कोई गल नहीं हुंदी। खबरां तां उਸੇ तर੍ਹਾਂ ਚੱਲਦੀਆਂ ਰਹਿੰਦੀਆਂ ਨੇ, ਚੰਗੀਆਂ ਮਾੜੀਆਂ ਹੈਗੀਆਂ ਨੇ। ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਹੈਗੇ ਆ। ਪਹਿਲੀ ਖਬਰ, माफी चाहांगी, माड़ी खबर तो शुरुआत कर रही हैं। श्री हरमंदर साहब दरबार साहब अमृतसर विखे एक बारी फिर तो बेअदबी की कोशिश की गई ते फड़िया गया। नाकामयाब कोशिश सी, किस तरह नाल कोशिश की गई इस गल बारे डिस्कस आपां करना है। फिर हुण नवे साल के मौके सीएम भगवंत मान तो लोगों को बहुत सारिया उम्मीदां सी कि कुछ तोहफे लैके आउणगे पंजाबियों के वास्ते, ते कुछ तोहफे जिहड़े ने उन्हां दे ऐलान उन्होंने कीते भी ने। की पंजाब नूं ओह अज दे गए ने, किहड़े-किहड़े ऐलान करके गए ने, इस ते डिस्कस करना बहुत ज़्यादा जरूरी है, क्योंकि पंजाब दे हित दा फिक्र साडे सारियां नूं है, थानू भी है, सानू भी है। असीं यही सोचते रहने कि किस तरह के नाल डायरैक्शन जिहड़ी है वो कुछ इदां दी डायरैक्शन हो जाए कि सीधी वो डायरैक्शन जिहड़ी है वो सक्सैसफुल जाए, होर किते नहीं। फिर महिला एथलीट कोच नाल छेड़छाड़ मामले विच FIR दर्ज हुंदी है एक खेड मंत्री ते वो खेड मंत्री जिहड़ा है उस तो बाद अपना अहुदा छड्ड दिंदा है। कौन है ये सिख खेड मंत्री ते की ये पहली बार अजिहा मामला होया इन्हां दे नाल, की कुछ अगों कहा गया, इस सारी गल ते डिटेल दे नाल गल करनी बनदी है, क्योंकि खबर ये बहुत वड्डी है, इसनूं इग्नोर नहीं किया जा सकता हैगा। हुण कहंदे आ कि कोई पाकिस्तानी ड्रोन जिहड़ा है वो पंजाब च वड़ के तां दिखाए। पाकिस्तानी ड्रोन हुण फड़क नहीं सकेगा, ये दावा भी किया जा रहा है किते ना किते। पर जे असीं ये गल कहीए जे इदां हो जाए तां भी बहुत कुछ जिहड़ा है वो संभल सकदा हैगा। कहंदे आ कि कोई नवीं तकनीक आई है BSF दे हत्थ, BSF बहुत कुछ जिहड़ा है हुण अपने हत्थी लैण वाली है। की वो गल है, इस ते भी डिस्कस करना वाजिब है। उस तो बाद सिद्धू मूसेवाला, तुहानूं पता ही है कि पिता बलकौर सिंह गए हुए ने ते मां ने अज सारा मोर्चा जिहड़ा है वो सांभिया हैगा, पर मां दे हंझू नहीं रुकदे। 7 महीने बाद भी इंसाफ करते फिरदे ने। नवे साल ते बहुत सारे लोगों ने कहा कि बाई साडा बाई खा गया। अज उस मां दे जदों बोल सुने तो एक बारी फिर तो अखां च हंझू आ गए। जिन्नी बारी उस मां नूं सुणीदा अखां च हंझू आ जांदे ने। अज जो कहा, जिन्ना भी कहा, एक बारी फिर तो मन जिहड़ा है वो पसीज गया। उस मां बारे गल करनी है, सिद्धू मूसेवाला बारे कुछ होर भी गल करनी हैगी है, इस ते आवांगे। ते हुण एक राज बारे तुहानूं दसना हैगा। 2 दिनां दे अंदर 1 अरब 11 करोड़ दी शराब कौन पी गया? 2 दिनां दे अंदर 1 अरब 11 करोड़ दी शराब पीती किन्ने? 2 दिनां दे अंदर। तुसी ये फिगर समझ रहे हो? सो ये बड़ी हैरानीजनक खबर है। जांदे जांदे असीं डिस्कस जिहड़ा है उस ते भी करांगे। सो पहली खबर वाल रुख करदे आ, चलदे आ अगे। अजे नवा साल चढ़िया ही सी कि नवा साल चढ़दिया ही बेअदबी की कोशिश की गई। श्री हरमंदर साहब दे विच अमृतसर दे विच यह बेअदबी करन दी कोशिश की गई ते सेवादारा ने इस कोशिश नूं नाकामयाब कर दिता। सेवादारा ने यह गल कही कि असीं इस बंदे नूं पछाण गए सी मतलब कि इस बंदे दे तेवरां तो यह गल समझ आ गई सी कि कुछ तां गड़बड़ है। सो ये सेंस जड़ी वो काम कीती, क्योंकि ये भीड़ का फायदा चकद्या होया ये जिहड़ा बंदा सी ये ना कोशिश कर रहा सी कि मैं किसी तरह अंदर वड़ जावां। लिफ्ट थानी उसने लिफ्ट इस्तेमाल करने की कोशिश की कि किसी का ध्यान जिहड़ा है नहीं जाएगा। इसनूं 4-5 बार जिहड़ा है टोकिया भी गया, रोकिया भी गया, पर इसने अपनी कोशिश नहीं छड्डी। इस दरम्यान फिर जिहड़ा उन्हां दा शक सी वो होर ज्यादा गूढ़ा हो गया। उन्हां नूं ये लगना शुरू हो गया कि कुछ गड़बड़ हैगी आ। ते जदों इस दी तलाशी लई गई ते इस दी जेब दे विचों क्वार्टर निकलिया, यानी शराब दा पौआ जिहड़ा है वो इस दी जेब विचों निकलिया। फिर उस तो बाद इस दी धरपकड़ जिहड़ी आ वो कीती गई, इस नूं पुलिस दे हवाले कीता गया ते
ਕਿ ਉਹ ਕੌਣ ਸੀ, ਇਹ ਸ਼ਖਸ ਕਿੱਥੋਂ ਆਇਆ, ਇਸ ਸਭ ਦੀ ਛਾਣਬੀਣ ਜਿਹੜੀ ਹੈ ਹੁਣ ਪੁਲਿਸ ਕਰ ਰਹੀ ਹੈਗੀ ਆ। ਦੇਖੋ ਕਿੱਡੀ ਵੱਡੀ ਗੱਲ ਆ, ਸਾਲ ਦਾ ਪਹਿਲਾ ਦਿਨ ਆ, ਬਾਰ-ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸ਼ਖਸ ਵੱਲੋਂ ਕਿ ਮੈਂ ਅੰਦਰ ਜਾਵਾਂ। ਜੇ ਅੰਦਰ ਪਹੁੰਚ ਜਾਂਦਾ ਤੇ ਕੀ ਪਤਾ ਕੀ ਕਰ ਜਾਂਦਾ, ਤੇ ਬਾਅਦ ਵਿੱਚ ਸ਼ਾਇਦ ਇਹ ਹੁੰਦਾ ਕਿ ਇਹ ਦਿਮਾਗੀ ਤੌਰ ਤੇ ਸਹੀ ਨਹੀਂ ਸੀ, ਬਾਅਦ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਇਹ ਕਹਿ ਦਿੱਤਾ ਜਾਂਦਾ। ਸੋ ਅਜਿਹੇ ਵਿੱਚ ਕੀ ਕੁਝ ਹੋ ਸਕਦਾ ਸੀ, ਇਸ ਦਾ ਅੰਦਾਜ਼ਾ ਅਸੀਂ ਇੱਥੇ ਬੈਠਿਆ ਨਹੀਂ ਲਾ ਸਕਦੇ ਹੈਗੇ ਜਿੰਨੀ ਦੇਰ ਤੱਕ ਛਾਣਬੀਣ ਜਿਹੜੀ ਉਹ ਨਹੀਂ ਹੋ ਜਾਂਦੀ। ਪਰ ਇੰਨੀ ਗੱਲ ਪੱਕੀ ਹੈ ਕਿ ਸੇਵਾਦਾਰਾਂ ਦੀ ਇੱਕ ਬਾਜ਼ ਅੱਖ ਨੇ ਇਹ ਸਾਰਾ ਕੁਝ, ਜੇ ਕੁਝ ਹੋਣਾ ਸੀ ਤੇ ਉਹ ਹੁਣ ਉਹ ਬਚਾਇਆ ਹੈਗਾ, ਕਿਉਂਕਿ ਸ਼ਰਾਬ ਦੀ ਬੋਟਲ ਦਾ ਜੇਬ ਦੇ ਵਿੱਚ ਹੋਣਾ ਤੇ ਬਾਰ-ਬਾਰ ਅਜਿਹੀਆਂ ਹਰਕਤਾਂ ਕਰਨਾ ਇਹ ਨਾਰਮਲ ਨਹੀਂ ਸੀ। ਭੀੜ ਦਾ ਫਾਇਦਾ ਚੱਕਣਾ, ਬਾਰ-ਬਾਰ ਲਿਫਟ 'ਚ ਜਾਣਾ, ਇਹ ਨਾਰਮਲ ਨਹੀਂ ਸੀ। ਸੋ ਅਜਿਹੇ ਵਿੱਚ ਹੁਣ ਕਾਰਵਾਈ ਜਿਹੜੀ ਹੈ ਹੋ ਸਕਦੀ ਹੈਗੀ ਆ। ਸੋ ਜਦੋਂ ਰਾਤ 12 ਵਜੇ ਸਾਰੇ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ ਹੋਏ ਸੀ, ਜਦੋਂ ਸਾਰੇ ਦਾਤ ਲਈ ਪਹੁੰਚੇ ਹੋਏ ਸੀ, ਤੇ ਉਸ ਦੌਰਾਨ ਭੀੜ ਦਾ ਜਿਹੜਾ ਹੈ ਉਹ ਫਾਇਦਾ ਚੁੱਕਿਆ। ਤੇ ਤੁਹਾਨੂੰ ਦੱਸ ਦਈਏ ਤਕਰੀਬਨ ਉਸ ਟਾਈਮ 1.5 ਲੱਖ ਸ਼ਰਧਾਲੂ ਕਿਹਾ ਜਾਂਦਾ ਹੈ ਕਿ ਹਰਮੰਦਰ ਸਾਹਿਬ ਦੇ ਅੰਦਰ ਮੌਜੂਦ ਸੀ, ਤੇ ਇਸ ਨੇ ਭੀੜ ਦਾ ਜਿਹੜਾ ਹੈ ਉਹ ਫਾਇਦਾ ਚੱਕਿਆ ਤੇ ਜੇਬ ਵਿੱਚ ਕੁਆਟਰ ਰੱਖਿਆ ਹੋਇਆ ਸੀ। ਹੁਣ ਸੇਵਾਦਾਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਜਿਸ ਵਕਤ ਆਰੋਪੀ ਫੜਿਆ ਗਿਆ, ਉਸਨੇ ਤਾਂ ਵੀ ਕਹਿੰਦੇ ਵੀ ਸ਼ਰਾਬ ਜਿਹੜੀ ਹੈ ਉਸਨੇ ਤਾਂ ਵੀ ਉਸ ਵਕਤ ਵੀ ਸ਼ਰਾਬ ਪੀ ਰੱਖੀ ਹੋਈ ਸੀ। ਸੋ ਫਿਲਹਾਲ ਪੁਲਿਸ ਨੇ ਉਹ ਬੰਦੇ ਦਾ ਸੁਮਿਤ ਦੱਸਿਆ ਜਾ ਰਿਹਾ ਹੈ, ਸੁਮਿਤ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਆਰੋਪੀ ਦੇ ਪਰਿਵਾਰ ਦਾ ਅਤੇ ਅਜਿਹਾ ਕਰਨ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਇਹ ਬੰਦਾ ਹੈ ਕੌਣ, ਇਸਨੇ ਅਜਿਹਾ ਕੀਤਾ ਕਿਉਂ, ਕੋਈ ਨਾਰਮਲ ਸ਼ਰਧਾਲੂ ਸੀ, ਪਤਾ ਨਹੀਂ ਸੀ, ਜਾਂ ਫਿਰ ਮਤਲਬ ਕੁਝ ਵੀ ਹੋ ਸਕਦਾ ਹੈ ਨਾ, ਕੁਝ ਵੀ ਹੋ ਸਕਦਾ। ਜੋ ਹੁੰਦਾ ਹੈ, ਜਿਸ ਤਰ੍ਹਾਂ ਨਾਲ ਬੇਅਦਬੀਆਂ ਹੁੰਦੀਆਂ ਆਈਆਂ ਉਸ ਤਰ੍ਹਾਂ ਨਾਲ ਕਿਸੇ ਗੱਲ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਤੇ ਵੈਸੇ ਵੀ ਜਦੋਂ ਐਡੇ ਵੱਡੇ ਪੱਧਰ ਤੇ ਬਹੁਤ ਸਾਰੇ, ਕਿਤੇ ਮੋਗਾ, ਕਿਤੇ ਸੰਗਰੂਰ, ਕਿਤੇ ਮਾਨਸਾ, ਅਜਿਹੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਨੇ ਕਹਿ ਦਿੱਤਾ ਗੁਰਦੁਆਰਾ ਸਾਹਿਬ ਤੋਂ ਦੂਰ ਦੀ ਗੱਲ ਹੈ, ਕਿਸੇ ਕੋਈ ਧਾਰਮਿਕ ਪਲੇਸ ਤੋਂ ਦੂਰ ਦੀ ਗੱਲ ਹੈ, ਤੁਸੀਂ ਪਿੰਡ ਵਿੱਚ ਵੀ ਨਹੀਂ ਵੇਚ ਸਕਦੇ ਜਿਹੜਾ ਇਹ ਤੰਬਾਕੂ ਨਾਲ ਲਿੰਕ ਰੱਖਦਾ ਨਸ਼ਾ ਹੈ, ਤੁਸੀਂ ਵੇਚ ਨਹੀਂ ਸਕਦੇ ਹੈਗੇ। ਤੇ ਸ਼ਰਾਬ ਕਿਤੇ ਵੀ ਲੈ ਕੇ ਜਾਣਾ ਇਹ ਗਲਤ ਆ, ਇਹ ਤੇ ਤੁਸੀਂ ਲੈ ਕੇ ਜਾ ਹੀ ਨਹੀਂ ਸਕਦੇ ਹੈਗੇ। ਇੰਨੀ ਕਾਮਨ ਸੈਂਸ ਤਾਂ ਕਿਸੇ 'ਚ ਵੀ ਹੁੰਦੀ ਆ ਕਿ ਤੁਸੀਂ ਬੀੜੀ, ਸਿਗਰਟ, ਸ਼ਰਾਬ ਜਿਹੜੀ ਹੈ ਉਹ ਧਾਰਮਿਕ ਥਾਂ ਤੇ ਨਹੀਂ ਲੈ ਕੇ ਜਾ ਸਕਦੇ ਜੇਬ ਛੁਪਾ ਕੇ, ਨਾ ਹੀ ਤੁਸੀਂ ਸ਼ਰਾਬ ਪੀਤੀ ਹੋਵੇ ਤੇ ਤੁਸੀਂ ਧਾਰਮਿਕ ਸਥਾਨ ਦੇ ਅੰਦਰ ਜਾਓ, ਇਹ ਵੀ ਵਾਜਬ ਨਹੀਂ ਹੁੰਦਾ, ਇਹ ਵਾਜਬ ਨਹੀਂ ਹੈ। ਸੋ ਅਜਿਹੇ ਵਿੱਚ ਜੇ ਅਸੀਂ ਇਹ ਕਹੀਏ ਕਿ ਪਤਾ ਨਹੀਂ ਸੀ, ਇਸ ਗੱਲ ਤੇ ਥੋੜਾ ਜਿਹਾ ਸ਼ੰਕਾ ਲੱਗਦਾ ਹੈਗਾ। ਬਾਕੀ ਪੁਲਿਸ ਆਪਣੀ ਛਾਣਬੀਣ ਕਰ ਰਹੀ ਹੈ, ਦੇਖੋ ਜੋ ਵੀ ਨਿਕਲੇਗਾ ਤੁਹਾਨੂੰ ਇਸ ਬਾਰੇ ਅਪਡੇਟ ਕਰਦੇ ਰਹਾਂਗੇ। ਹੁਣ ਗੱਲ ਚੰਗੀ ਖਬਰ ਦੀ ਵੀ ਕਰ ਲੈਂਦੇ ਆ। ਤੁਸੀਂ ਕਹਿਣਾ ਵੀ ਨਵੇਂ ਸਾਲ ਤੇ ਵੀ ਕਿੱਦਾਂ ਦੀਆਂ ਖਬਰਾਂ ਦੇਈ ਜਾਂਦੀ ਹੈ, ਪਰ ਦੇਖੋ ਤੁਸੀਂ ਮੇਰੀ ਪ੍ਰੋਬਲਮ ਵੀ ਸਮਝੋ ਵੀ ਮੇਰਾ ਵੀ ਫਰਜ਼ ਆ ਜੋ ਹੁੰਦਾ ਉਹ ਦੱਸਣ ਦਾ। ਚਾਹੁੰਦੀ ਮੈਂ ਵੀ ਇਹੀ ਆ ਕਿ ਸਭ ਕੁਝ ਚੰਗਾ ਹੋਵੇ, ਪਰ ਜਦੋਂ ਕੁਝ ਮਾੜਾ ਹੁੰਦਾ ਤਾਂ ਦੱਸਣਾ ਪੈਂਦਾ ਹੈਗਾ। ਬਾਕੀ ਚੰਗੀ ਖਬਰ ਵੱਲ ਨੂੰ ਚੱਲਦੇ ਆ। ਭਗਵੰਤ ਮਾਨ ਸਰਕਾਰ ਨੇ ਕੁਝ ਚੰਗੇ ਐਲਾਨ ਕੀਤੇ ਹੈਗੇ ਨੇ, ਤੇ ਉਹ ਚੰਗੇ ਐਲਾਨ ਕਿਹੜੇ-ਕਿਹੜੇ ਨੇ ਉਹ ਤੁਹਾਨੂੰ ਦੱਸ ਦੇਣਾ, ਕਿਉਂਕਿ ਸਭ ਨੂੰ ਉਮੀਦ ਸੀ ਕਿ 1 ਜਨਵਰੀ ਆ, ਸਭ ਨੂੰ ਉਮੀਦ ਸੀ ਨਵਾਂ ਸਾਲ ਆ ਤੇ ਸੀਐਮ ਭਗਵੰਤ ਮਾਨ ਵੱਲੋਂ ਕੁਝ ਨਾ ਕੁਝ ਤੋਹਫੇ ਜਿਹੜੇ ਨੇ ਉਹਨਾਂ ਦੇ ਐਲਾਨ ਜ਼ਰੂਰ ਕੀਤੇ ਜਾਣਗੇ, ਤੇ ਇਹ ਐਲਾਨ ਕੀਤੇ ਗਏ ਆ। ਸੋ ਦੱਸਿਆ ਜਾ ਰਿਹਾ ਹੈ ਕਿ 500 ਮੁਹੱਲਾ ਕਲੀਨਿਕ ਜਿਹੜੇ ਨੇ ਉਹ 26 ਜਨਵਰੀ ਤੱਕ ਖੋਲ ਦਿੱਤੇ ਜਾਣਗੇ। 500 ਮੁਹੱਲਾ ਕਲੀਨਿਕਾਂ ਦੀ ਗੱਲ ਹੈਗੀ ਆ, 26 ਜਨਵਰੀ ਤੱਕ ਇਹ ਕਲੀਨਿਕ ਖੋਲ ਦਿੱਤੇ ਜਾਣਗੇ। ਇਹ ਤੇ ਹੁਣ ਫਿਰ ਇਹਦਾ ਮਤਲਬ ਇਹ ਹੈ ਕਿ ਵੀ ਹਰ ਥਾਂ ਤੇ ਤੁਹਾਨੂੰ ਮੈਡੀਕਲ ਫੈਸਿਲਿਟੀ ਮਿਲੇਗੀ। ਪੰਜਾਬ 'ਚ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਉਹ ਵਾਲੇ ਪਿੰਡ ਮੌਜੂਦ ਹੈਗੇ ਨੇ ਜਿੱਥੇ ਤੁਸੀਂ ਚੱਕ ਕੇ ਲੈ ਕੇ ਜਾਣਾ ਪੈਂਦਾ ਤੁਹਾਨੂੰ, ਚੜਾਈਆਂ ਤੇ ਹੈਗੇ ਆ। ਇੱਕ ਮਸੌਲ ਪਿੰਡ ਹੈ, ਉਹ ਉੱਥੇ ਤਾਂ ਮਤਲਬ ਹਾਲਾਤ ਜਿਹੜੇ ਨੇ ਉਹ ਬਿਲਕੁਲ ਹੀ ਵੱਖਰੇ ਹੈਗੇ ਨੇ। ਤੁਹਾਨੂੰ ਜੇ ਕੋਈ ਬਿਮਾਰ ਪੈ ਗਿਆ ਤੇ ਉਹ ਗੱਡੀ ਨਹੀਂ ਜਾਣੀ ਹੈਗੀ, ਉੱਥੇ ਤੁਹਾਨੂੰ ਪੈਦਲ ਮੋਢਿਆਂ ਤੇ ਚੱਕ ਕੇ ਲੈ ਕੇ ਜਾਣਾ ਪੈਂਦਾ ਹੈਗਾ, ਤੇ ਉੱਥੇ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਤਾਂ ਹੀ ਕਰਕੇ ਹੋ ਜਾਂਦੀਆਂ ਕਿਉਂਕਿ ਆਸ-ਪਾਸ ਕੋਈ ਮੈਡੀਕਲ ਫੈਸਿਲਿਟੀ ਨਹੀਂ, ਤੇ ਉਹਦਾ ਏਰੀਆ ਇਦਾਂ ਦਾ। ਪਰ ਵੈਸੇ ਵੀ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਅਜਿਹੇ ਹੈਗੇ ਨੇ ਜਿੱਥੇ ਮੈਡੀਕਲ ਫੈਸਿਲਿਟੀ ਈਜ਼ੀ ਨਹੀਂ ਮਿਲਦੀ ਹੈਗੀ, ਜਾਂ ਫਿਰ ਉੱਥੇ ਡਾਕਟਰ ਹੀ ਨਹੀਂ ਹੈਗੇ, ਜਾਂ ਫਿਰ ਉੱਥੇ ਮਸ਼ੀਨਾਂ ਹੀ ਨਹੀਂ ਹੈਗੀਆਂ, ਮਤਲਬ ਕੁਛ ਨਾ ਕੁਛ ਪ੍ਰੋਬਲਮ ਤਾਂ ਹੈ ਹੀ। ਸੋ ਜਦੋਂ ਮੁਹੱਲਾ ਕਲੀਨਿਕ ਇਦਾਂ ਹੋਣਗੇ ਤਾਂ ਲੋਕਾਂ ਨੂੰ ਈਜ਼ੀਲੀ ਅਵੇਲੇਬਿਲਿਟੀ ਚੀਜ਼ਾਂ ਦੀ ਜਿਹੜੀ ਹੈ ਉਹ ਹੋ ਜਾਏਗੀ। ਸੋ ਇਹ ਦਾਅਵਾ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਇਸ ਦੇ ਲਈ ਕੀ ਕੀਤਾ ਹੈ ਕਿ ਜਿਹੜੇ ਪੇਂਡੂ ਤੇ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰਸ ਜਿਹੜੇ ਨੇ PHC ਨੂੰ ਅਪਗ੍ਰੇਡ ਕਰਨ ਦਾ ਫੈਸਲਾ ਜਿਹੜਾ ਹੈ ਉਹ ਕਰ ਦਿੱਤਾ ਹੈ।
कि इन्हां नूं अपग्रेड किया जाएगा। इन्हां दे लई करीब 85 नवे डॉक्टर्स की भर्ती का प्रोसैस जिहड़ा है शुरू किया जाएगा, क्योंकि पंजाब के विच की पूरे भारत विच डॉक्टरां की कमी जिहड़ी है बहुत ज़्यादा खालदी हैगी आ। डॉक्टर्स जिहड़े ने वो बहुत ज़्यादा घट हैगे ने, या फिर अपनी प्राइवेट प्रैक्टिस नूं चले जांदे ने, तनखाहां जिहड़ियां ने उन्हां नूं घट लगदियां ने, जिहड़ियां सरकारी हुंदियां ने जिहड़ियां घट ने भी। सो इत्थे 85 नवे डॉक्टर्स की भर्ती का प्रोसैस जिहड़ा है वो शुरू किया जाएगा। इस तो पहला पंजाब विच 100 मुहल्ला क्लिनिक जिहड़े आ तुहानूं पहले ही दस दईए कि चल रहे हैगे आ। सो हुण इहदे च इह वी आ, ਇਹ ਮੁਹੱਲਾ ਕਲੀਨਿਕ ਪਿੰਡ ਅਤੇ ਕਸਬਿਆਂ ਦੇ ਸਥਿਤ ਪੀਐਚਸੀ ਦੇ ਪਹਿਲੇ ਤੋਂ ਮੌਜੂਦ ਭਵਨਾਂ ਵਿੱਚ ਖੋਲੇ ਜਾਣਗੇ ਤੇ ਇੱਥੇ ਨਵੇਂ ਉਪਕਰਨ ਤੇ ਜਿਹੜੇ ਬੁਨਿਆਦੀ ਢਾਂਚੇ ਦੇ ਨਾਲ ਇਮਾਰਤਾਂ ਨੂੰ ਅਪਗ੍ਰੇਡ ਜਿਹੜਾ ਹੈ ਉਹ ਕੀਤਾ ਜਾਏਗਾ। ਤੇ ਇਸ ਦੇ ਲਈ ਪੰਜਾਬ ਸਰਕਾਰ ਸਾਰੇ 521 ਪੀਐਚਸੀ ਦੀ ਸੂਚੀ ਜਿਹੜੀ ਹੈ ਤਿਆਰ ਕਰ ਚੁੱਕੀ ਹੈ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਜਿਹੜੇ ਇਸ ਤੋਂ ਪਹਿਲਾਂ 100 ਮੁਹੱਲਾ ਕਲੀਨਿਕ ਜਿਹੜੇ ਉਹ ਖੋਲੇ ਗਏ ਹੈਗੇ ਆ। ਉਹ ਰੋਜ਼ਾਨਾ 7000 ਮਰੀਜ਼ 41 ਬੁਨਿਆਦੀ ਲੈਬ ਟੈਸਟ ਸਣੇ ਜਿਹੜੀਆਂ ਸਿਹਤ ਸਹੂਲਤਾਂ ਦਾ ਲਾਭ ਜਿਹੜੇ ਉਹ ਚੱਕ ਰਹੇ ਹੈਗੇ, ਸਰਕਾਰ ਦਾ ਦਾਵਾ ਹੈਗਾ। ਹੁਣ ਦੂਜੀ ਖਬਰ ਕੀ ਹੈਗੀ ਆ ਉਹ ਵੀ ਦੱਸ ਦਿੰਦੇ ਆ। ਦੇਖੋ ਮੂਲ ਚੀਜ਼ਾਂ ਕੀ ਹੁੰਦੀਆਂ ਹੈਗੀਆਂ, ਸਿਹਤ ਹੁੰਦੀ ਆ, ਰੋਜ਼ਗਾਰ ਹੁੰਦਾ है ना, सिक्ख्या हुंदी आ, ते उसे बारे ही ऐलान जिहड़े ने वो कीते गए ने जिन्हां नूं कि तोहफा मन्निया जा रहा हैगा। 18 कांस्टेबल ते 300 सब इंस्पैक्टर्स की भर्ती जिहड़ी है वो होनी हैगी आ। साल 2023 दे विच 18 कांस्टेबल ते 300 सब इंस्पैक्टर्स की भर्ती होएगी। इस दे लई जनवरी महीने विच ही जिहड़ी मशहूरी है वो जारी की जा सकती हैगी आ। सो इसका जिहड़ा इम्तिहान होएगा उसनूं लिखत दे विच लिया जाएगा, ये इन्फॉर्मेशन आई हैगी आ। सो 15 तो 30 सितंबर दे विच फिजिकल टेस्ट की प्रक्रिया पूरी होने के बाद नवंबर विच जिहड़े चोण होए उम्मीदवारों की लिस्ट आउट होएगी। ये सारा का सारा ब्यौरा जिहड़ा है उन्होंने दिता हैगा। सो हुण जिवें तुहानूं क्या कि सिक्ख्या, सेहत, रोजगार, ये मूल सहूलतां जे होण ते फिर वो सूबा पता नहीं कित्थे तक कित्थे जांदा आ। ते हुण इस तो बाद सरकारी स्कूल दे विद्यार्थियों दे लई बसां चलणगीਆਂ। 2023 विच पंजाब दे सरकारी स्कूल दे जिहड़े विद्यार्थी हैगे ने उन्हां नूं लैके आउण लई यानी पिक एंड ड्रॉप फैसिलिटी जिहड़ी है वो दित्ती जाएगी। ते पंजाब विच 25 दिसंबर 2022 नूं मैगा पेरेंट टीचर मीटिंग जिहड़ी है तुहानूं पता ही है कि ओहदा प्रबंध कराया गया सी। ते इस दौरान भगवंत मान जिहड़े ने वो पटियाला भी गए सन, ये भी तुसीं जाणदे हैगे हो। ते कुछ एक चीज़ां जिहड़ियां उन्होंने नोट कीतियां ते हुण उन्हां नूं ये लगदा हैगा कि पिक एंड ड्रॉप फैसिलिटी जिहड़ी आ बच्चों वास्ते होनी चाहिए है, विच इज़ वेरी गुड। सो इत्थे सिक्ख्या कवर कीती, सिक्ख्या एक तरीके नाल इस तरह नाल कवर कीती कि उन्हां नूं जिहड़े बच्चों नूं पिक एंड ड्रॉप फैसिलिटी मिलेगी। बहुत सारे पंजाब दे विच अजिहे भी पिंड हैगे आ जिथे कि बच्चों नूं अज भी पानी थ्रू जाना पैंदा आ, जिथे 10 किलोमीटर दूर भी बस्ता चक के जाना पैंदा आ, वो भी पैदल। सो अजिहे विच जदों पिक एंड ड्रॉप फैसिलिटी मिलेगी उदों चीज़ां जिहड़ियां ने सौखियां होणगीਆਂ ते जिहड़े राह नहीं बने हुए वो भी समझ आएगी सरकार नूं कि राह नहीं बने, इन्हां नूं बनाओ, क्योंकि इत्थे बसां ही नहीं जांदियां हैगीਆਂ। सो चीज़ां जिहड़ियां एक दूसरे नाल इंटरलिंक्ड हैगीਆਂ। सो ये सब जदों अमल विच आएगा तो बहुत कुछ वधिया हो जाएगा। एक बेहद वड्डी खबर जिसने कि पंजाब दे विच भी तरथली मचा दी, क्योंकि मुंडा पंजाब दा ही सी, मतलब वैसे तो हरियाणा दा रहण वाला है, पर जदों असी हॉकी की गल करिए तो संदीप सिंह दा नाम साडी अखां दे सामने चमक के आ जांदा है। सिख मुंडा, पंजाबी मुंडा, ते ये मुंडा जदों खेड मंत्री बनदा ते सारा हरियाणा दा जदों हरियाणा दे विच बनदा हैगा, पर पंजाब जिहड़ा है वो सारा दा सारा खुश हुंदा। मान जिहड़ा है वो पंजाब दा भी वधदा। जदों संदीप सिंह नूं गोली लगदी आ पहलां उदों अरदासां जिहड़ियां ने पूरी दुनिया च हो रहीआं हुंदियां ते पंजाब तो भी हुंदियां, क्योंकि ਉਹ ਉਹਨਾਂ ਨੂੰ पसंद आ संदीप सिंह, है ना। ते हुण जदों खेड मंत्री हो हरियाणा दा ते इस तो बाद इल्जामात जिहड़े हुण लगे ने वो बड़े वड्डे इल्जामात लगे ने ते बेहद ये वड्डी खबर हैगी आ। एक जूनियर महिला कोच ने इल्जाम लगाए ने ते ये इल्जाम जिहड़े ये इल्जाम बहुत ही ज़्यादा घिनौने ने। ते दस दईए कि जदों भी असी इहो जिहियां गल्लां करदे हैगे आ, तुहानूं दसदे हैगे आ, ते एक वारी ये जरूर सोचा करो कि दोवें पक्ष की गल जिहड़ी है, दोवें पक्ष की गल वो असीं जरूर रखदे आ। सो संदीप सिंह ने अगों की कहा, उस महिला कोच ने की कहा, दोवें गल्लां तुहानूं जिहड़ियां ने वो जरूर दसांगे। सो कोच नाल, महिला कोच नाल छेड़छाड़ का इल्जाम उन्हां ते लगदा हैगा ते उस तो बाद FIR दर्ज हुंदी आ खेड मंत्री संदीप सिंह ते ओलंपीयन संदीप सिंह ते उस तो बाद ਉਹ हरियाणा के मुख मंत्री खट्टर साहब नाल मुलाकात करके ਉਹ ਅਸਤੀਫਾ भी दे दिंदे ने नैतिकता के आधार पर। की लिखते ने
ਕੀ ਲਿਖਦੇ ਨੇ ਸੰਦੀਪ ਸਿੰਘ ਉਸ ਤੋਂ ਬਾਅਦ? ਉਹ ਕਹਿੰਦੇ ਨੇ ਕਿ ਅਸਤੀਫਾ ਦੇਣ ਦੇ ਬਾਅਦ ਸੰਦੀਪ ਸਿੰਘ ਮਤਲਬ ਕਹਿੰਦੇ ਆ ਕਿ ਮੇਰੀ ਇਮੇਜ ਨੂੰ ਖਰਾਬ ਕਰਨ ਦੇ ਲਈ ਇਹ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਹੈ। ਇੱਕ ਜੂਨੀਅਰ ਮਹਿਲਾ ਕੋਚ ਨੇ ਮੇਰੇ ਉੱਪਰ ਇਲਜ਼ਾਮ ਲਗਾਏ ਨੇ। ਨੈਤਿਕਤਾ ਦੇ ਆਧਾਰ ਤੇ ਮੈਂ ਆਪਣਾ ਖੇਡ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ। ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ। ਜਦੋਂ ਇਸ ਮਾਮਲੇ ਦੀ ਰਿਪੋਰਟ ਆਏਗੀ ਉਸ ਦੇ ਬਾਅਦ ਹੀ ਮੁੱਖ ਮੰਤਰੀ ਅਗਲਾ ਫੈਸਲਾ ਕਰਨਗੇ। ਹੁਣ ਕੀ ਇਲਜ਼ਾਮ ਨੇ, ਉਹਨਾਂ ਇਲਜ਼ਾਮਾਂ ਦੀ ਲਿਸਟ ਵੀ ਪੂਰੀ ਜਿਹੜੀ ਹੈ ਮੈਂ ਰੱਖੀ ਹੋਈ ਹੈ। ਮੰਤਰੀ ਨੇ ਸਨੈਪਚੈਟ ਯਾਨੀ ਸੰਦੀਪ ਸਿੰਘ ਨੇ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਮੈਸੇਜ ਭੇਜੇ। ਮਹਿਲਾ ਕੋਚ ਨੇ ਦੱਸਿਆ ਕਿ 2016 ਰੀਓ 올림픽 ਵਿੱਚ ਹਿੱਸਾ ਲੈਣ ਦੇ ਬਾਅਦ ਉਹ ਖੇਡ ਵਿਭਾਗ ਵਿੱਚ ਜੂਨੀਅਰ ਕੋਚ ਦੇ ਤੌਰ ਤੇ ਭਰਤੀ ਹੋਈ ਸੀਗੀ, ਜਿਸ ਦੇ ਬਾਅਦ ਸੰਦੀਪ ਸਿੰਘ ਨੇ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਉਸ ਨੂੰ ਮੈਸੇਜ ਭੇਜੇ। ਫਿਰ ਉਸ ਨੂੰ ਚੰਡੀਗੜ੍ਹ ਸੈਕਟਰ 7 ਲੇਕ ਸਾਈਡ ਮਿਲਣ ਦੇ ਲਈ ਬੁਲਾਇਆ। ਉਸਨੇ ਕਿਹਾ ਕਿ ਮੈਂ ਨਹੀਂ ਗਈ ਤੇ ਮੈਨੂੰ ਇੰਸਟਾਗ੍ਰਾਮ ਤੋਂ ਬਲੌਕ ਤੇ ਅਨਬਲੌਕ ਜਿਹੜਾ ਹੈ ਉਹ ਕਰਦੇ ਰਹੇ ਸੰਦੀਪ ਸਿੰਘ। ਮਹਿਲਾ ਕੋਚ ਦੇ ਆਰੋਪਾਂ ਦੇ ਮੁਤਾਬਕ 1 ਜੁਲਾਈ ਨੂੰ ਮੰਤਰੀ ਨੇ ਉਸ ਨੂੰ ਸਨੈਪਚੈਟ ਕਾਲ ਕੀਤਾ, ਜਿਸ ਵਿੱਚ ਡਾਕੂਮੈਂਟਸ ਵੈਰੀਫਿਕੇਸ਼ਨ ਦੇ ਲਈ ਉਹਨੇ ਸੈਕਟਰ 7 ਚੰਡੀਗੜ੍ਹ ਵਿੱਚ ਆਪਣੇ ਘਰ ਆਉਣ ਲਈ ਕਿਹਾ ਕਿ ਕੁਝ ਵੈਰੀਫਾਈ ਕਰਨਾ ਹੈਗਾ, ਕੁਝ ਡਾਕੂਮੈਂਟਸ ਜਿਹੜੇ ਨੇ ਉਹ ਵੈਰੀਫਾਈ ਕਰਨੇ ਨੇ ਤੇ ਤੁਸੀਂ ਇੱਧਰ ਨੂੰ ਆ ਜਾਓ, ਘਰ ਆ ਜਾਓ। ਹੁਣ ਮੰਤਰੀ ਨੇ ਕਿਹਾ ਕਿ ਤੂੰ ਮੈਨੂੰ ਖੁਸ਼ ਰੱਖ ਤੇ ਮੈਂ ਤੈਨੂੰ ਖੁਸ਼ ਰੱਖਾਂਗਾ। ਇਹੋ ਜੀ ਗੱਲ ਵੀ ਜਿਹੜੀ ਹੈ ਇਹ ਇਲਜ਼ਾਮ ਲੱਗੇ ਨੇ ਕਿ ਸੰਦੀਪ ਸਿੰਘ ਨੇ ਉਸ ਮਹਿਲਾ ਕੋਚ ਨੂੰ ਕਿਹਾ ਕਿ ਤੂੰ ਮੈਨੂੰ ਖੁਸ਼ ਰੱਖ ਤੇ ਮੈਂ ਤੈਨੂੰ ਖੁਸ਼ ਰੱਖਾਂਗਾ। ਉਧਰ ਮਹਿਲਾ ਕੋਚ ਨੇ ਸੰਗੀਨ ਇਲਜ਼ਾਮ ਲੈਂਦਿਆਂ ਹੋਇਆ ਕਿਹਾ ਕਿ ਸ਼ਾਮ ਕਰੀਬ 6:50 ਤੇ ਮੰਤਰੀ ਸੰਦੀਪ ਸਿੰਘ ਨੇ ਉਹਨਾਂ ਨਾਲ ਛੇੜਛਾੜ ਕੀਤੀ। ਇਸ ਦੌਰਾਨ ਮਹਿਲਾ ਕੋਚ ਦੀ ਟੀ-ਸ਼ਰਟ ਫਟ ਗਈ, ਕਿਸੇ ਤਰ੍ਹਾਂ ਉਸਦੇ ਚੰਗੁਲ ਚੋਂ ਨਿਕਲ ਕੇ ਬਾਹਰ ਆਈ। ਸੋ ਉਸਦੇ ਚੰਗੁਲ ਚੋਂ ਜਦੋਂ ਨਿਕਲ ਕੇ ਬਾਹਰ ਆਈ ਤੇ ਬੜੀ ਮੁਸ਼ਕਲ ਨਾਲ ਉਹ ਕਹਿੰਦੇ ਵੀ ਮੈਂ ਆਪਣੇ ਆਪ ਨੂੰ ਬਚਾਇਆ ਹੈਗਾ। ਸੋ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਨੇ, ਡਰੈਗ ਫਲਿਕਰ ਪੈਨਲਟੀ ਕਾਰਨਰ ਦੇ ਐਕਸਪਰਟ ਰਹਿ ਚੁੱਕੇ ਨੇ, ਸਾਰੇ ਜਾਣਦੇ ਨੇ ਸੰਦੀਪ ਸਿੰਘ ਨੂੰ। ਤੇ ਉਸ ਤੋਂ ਬਾਅਦ ਇਲਜ਼ਾਮ ਇੱਥੇ ਖਤਮ ਨਹੀਂ ਹੁੰਦੇ। ਕਹਿੰਦੇ ਗੱਲ ਨਹੀਂ ਮੰਨੀ ਤੇ ਮੇਰੀ ਟ੍ਰਾਂਸਫਰ ਜਿਹੜੀ ਹੈ ਉਹ ਕਰ ਦਿੱਤੀ ਗਈ। ਸੋ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮੰਤਰੀ ਨੇ ਕਹਿੰਦੇ ਗਰਲਫ੍ਰੈਂਡ ਬਣਨ ਨੂੰ ਕਿਹਾ, ਕਹਿੰਦਾ ਮੈਂ ਨਹੀਂ ਬਣੀ। ਹਰਿਆਣਾ ਸਰਕਾਰ ਨੇ ਹੁਣ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਬਣਾਈ ਹੈ ਤੇ ਨਾਲ ਇਹ ਵੀ ਕਿਹਾ ਕਿ ਪਹਿਲਾਂ ਵੀ ਅਨਿਲ ਵਿਜ ਨੂੰ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਚਿੱਠੀਆਂ ਸੌਂਪੀਆਂ, ਉਸ ਮਹਿਲਾ ਕੋਚ ਨੇ ਚਿੱਠੀਆਂ ਸੌਂਪੀਆਂ, ਪਰ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਤੇ ਹੁਣ FIR ਜਿਹੜੀ ਹੈ ਇਹ ਹੁਣ ਦਰਜ ਹੋਈ ਹੈਗੀ ਆ। ਸੋ ਕਿਹੜੇ ਮਾਮਲੇ? ਚੰਡੀਗੜ੍ਹ ਦੇ ਸੈਕਟਰ 26 ਪੁਲਿਸ ਥਾਣੇ ਵਿੱਚ ਦਰਜ ਕੇਸ ਵਿੱਚ IPC ਦੀ ਧਾਰਾ 354, 354A, 354B, 342 ਤੇ 506 ਜਿਹੜੀ ਹੈ ਉਹ ਲਗਾਈ ਗਈ ਹੈਗੀ ਆ। ਚੰਡੀਗੜ੍ਹ ਪੁਲਿਸ ਦੇ ਮੁਤਾਬਕ ਕੇਸ ਦਰਜ ਕਰਕੇ ਇਸ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਸੋ ਸੰਦੀਪ ਸਿੰਘ ਨੇ ਹੁਣ ਆਪਣਾ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ ਤੇ ਕਹਿ ਰਹੇ ਆ ਕਿ ਇਲਜ਼ਾਮ ਗਲਤ ਨੇ ਤੇ ਅਸਤੀਫਾ ਜਿਹੜਾ ਹੈ ਮੈਂ ਨੈਤਿਕਤਾ ਦੇ ਆਧਾਰ ਤੇ ਦਿੱਤਾ। ਰੁਕ ਕਰਦੇ ਹਾਂ ਜੀ ਅਗਲੀ ਖਬਰ ਦਾ। ਇੱਥੇ ਹੁਣ ਦਾਵਾ ਕੀਤਾ ਜਾ ਰਿਹਾ ਹੈ BSF ਦੇ ਵੱਲੋਂ ਕਿ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਆ ਕਿ ਜਿਹੜੀ ਪਾਕਿਸਤਾਨ ਦੇ ਵੱਲੋਂ ਡਰੋਨ ਮੂਵਮੈਂਟ ਹੁੰਦੀ ਆ ਉਹ ਨਾ ਹੋਵੇ। ਇਸ ਪਿੱਛੇ ਕੁਝ ਸੂਤਰ ਦੱਸਦੇ ਨੇ ਕਿ ਕੁਝ ਟੈਕਨੀਕਸ ਜਿਹੜੀਆਂ ਨੇ ਉਹਨਾਂ ਦੇ ਹੱਥ ਲੱਗੀਆਂ ਨੇ ਤੇ ਉਹਨਾਂ ਟੈਕਨੀਕਸ ਦਾ ਹੀ ਇਸਤੇਮਾਲ ਕਰਨਗੇ, ਕਿਉਂਕਿ ਪਿੱਛੇ ਇਹ ਵੀ ਦੱਸਿਆ ਗਿਆ ਕਿ ਕਿੰਨੇ ਡਰੋਨਸ ਜਿਹੜੇ ਨੇ ਉਹ ਮਾਰ ਡਗਾਏ ਗਏ। ਹਾਲਾਂਕਿ BSF ਵਾਲੇ ਸਾਡੇ ਸਲੂਟ ਹੀ ਬਣਦਾ ਹੈਗਾ ਵੀ ਇੰਨਾ ਵਧੀਆ ਕੰਮ ਕਰਦੇ ਹੈਗੇ ਆ ਕਿ ਬਹੁਤ ਸਾਰੀਆਂ ਸਾਜ਼ਿਸ਼ਾਂ ਉਹਨਾਂ ਨੇ ਨਾਕਾਮ ਕੀਤਾ ਹੈਗਾ। ਪਰ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਕਦੀ ਆਉਣਾ, ਕਦੀ ਕੁਝ ਹੋਰ ਆਉਣਾ, ਇਹ ਸਾਰਾ ਕੁਝ ਜਿਹੜਾ ਹੈ ਇਹ ਜਾਰੀ ਹੈ, ਇਹ ਸਾਰਾ ਕੁਝ ਜਾਰੀ ਹੈਗਾ। ਹਾਲਾਂਕਿ ਬਹੁਤ ਸਾਰੇ ਉਹਨਾਂ ਦੇ ਜਿਹੜੇ ਆਪਰੇਸ਼ਨਸ ਨੇ ਉਹਨਾਂ ਨੂੰ ਖਤਮ ਕੀਤਾ ਜਾਂਦਾ, ਉਹਨਾਂ ਨੂੰ ਨੇਸਤੋ ਨਾਬੂਦ ਕਰ ਦਿੱਤਾ ਜਾਂਦਾ ਹੈ, ਪਰ ਫਿਰ ਵੀ ਇਹ ਚੀਜ਼ਾਂ ਰੁਕਦੀਆਂ ਨਹੀਂ। ਸੋ ਕੁਝ ਡੇਟਾ ਜਿਹੜੇ ਤੁਹਾਨੂੰ ਪਹਿਲਾਂ ਵੀ ਦੱਸੇ ਸੀ ਕਿ 2022 ਦੇ ਵਿੱਚ ਵੀ ਇਹ ਡਰੋਨਸ ਜਿਹੜੇ ਨੇ ਇਹ ਵੱਡੀ ਚੁਣੌਤੀ ਬਣੇ ਰਹੇ ਨੇ। 2022 ਵਿੱਚ ਪੰਜਾਬ ਵਿੱਚ ਜਿਹੜੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ਾਂ ਦੀਆਂ ਘਟਨਾਵਾਂ ਵਿੱਚ, ਪਰ ਫਿਰ ਵੀ ਕਹਿੰਦੇ ਇਹ ਦਾਵਾ ਕਰਦੇ ਕਿ ਪਹਿਲੇ ਨਾਲੋਂ ਕਮੀ ਦੇਖੀ ਗਈ ਹੈਗੀ ਆ। ਪਰ ਦੂਜੇ ਪਾਸੇ ਪੰਜਾਬ ਵਿੱਚ ਲਗਭਗ 254 ਡਰੋਨ ਘੁਸਪੈਠ ਦੀ ਸੂਚਨਾ ਮਿਲੀ, ਜਿਸ ਵਿੱਚ BSF 25 ਤੋਂ ਵੱਧ ਡਰੋਨਾਂ ਨੂੰ ਮਾਰ ਸੁੱਟਣ ਦੇ ਵਿੱਚ ਸਫਲ ਰਹੀ ਹੈ। ਦੂਜੇ ਪਾਸੇ ਸਾਲ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਹੈਰਨ ਵੀ BSF ਨੇ ਰਿਕਵਰ ਕੀਤਾ ਹੈਗਾ। ਸੋ ਡਰੋਨ ਦੀ ਜਿਹੜੀ ਭੂਮਿਕਾ ਹੈ ਇਸ ਵਕਤ ਬਹੁਤ ਹੀ ਨਿਕਲ ਕੇ ਸਾਹਮਣੇ ਆ ਰਹੀ ਆ। ਹੁਣ 75 ਹਥਿਆਰ ਤੇ 1000 ਤੋਂ ਵੱਧ ਗੋਲਾ ਬਰੂਦ ਜਿਹੜੇ ਆ ਉਹ ਜ਼ਬਤ ਕੀਤੇ ਗਏ ਆ। ਇਹ ਜ਼ਬਤ ਕਰਨਾ ਤੇ ਚੰਗੀ ਗੱਲ ਆ, ਪਰ ਇਹ ਸਭ ਰੁਕ ਨਹੀਂ ਰਿਹਾ, ਇਹ ਬਹੁਤ ਖਤਰਨਾਕ ਆ। ਸੋ ਅਜਿਹੇ ਵਿੱਚ ਕੁਝ ਟੈਕਨੀਕਸ ਤੇ ਟ੍ਰਾਇਲ ਚੱਲ ਰਿਹਾ ਹੈਗਾ। BSF ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਕਤ ਬਾਰਡਰ ਤੇ ਡਰੋਨ ਨੂੰ ਡਗਾਉਣ ਦੇ ਲਈ ਕਈ ਤਕਨੀਕਾਂ ਤੇ ਟ੍ਰਾਇਲ ਚੱਲ ਰਿਹਾ ਹੈ, ਜਿਸ ਵਿੱਚ ਇੱਕ ਇਜ਼ਰਾਈਲੀ ਤਕਨੀਕ ਜਿਹੜੀ ਹੈ ਉਹ ਬਹੁਤ ਜ਼ਿਆਦਾ
ਖਾਸ ਹੈਗੀ ਆ। ਉੱਥੇ ਦੂਜੇ ਬਾਰਡਰ ਤੇ ਕੁਝ ਥਾਵਾਂ ਤੇ ਸੈਂਸਰ ਲਗਾਏ ਗਏ ਨੇ ਤਾਂ ਕਿ ਡਰੋਨ ਮੂਵਮੈਂਟ ਨੂੰ ਜਿਹੜਾ ਹੈ ਉਸਦਾ ਅੰਦਾਜ਼ਾ ਲੱਗ ਸਕੇ। ਸੈਂਸਰਸ ਦੇ ਨਾਲ ਪਤਾ ਲੱਗੇ ਕਿ ਕੋਈ ਵੀ ਚੀਜ਼ ਉੱਡਦੀ ਆ, ਉਹ ਪਤਾ ਲੱਗੇ ਸੈਂਸਰਸ ਨੂੰ ਕਿ ਆ ਕੋਈ ਚੀਜ਼ ਜਿਹੜੀ ਆ ਉਹ ਆ ਰਹੀ ਹੈ ਤੇ ਖਤਰਾ ਹੋ ਸਕਦੀ ਹੈਗੀ ਆ। ਸੋ ਇਹ ਦੋਨੋਂ ਤਕਨੀਕਾਂ ਕਹਿੰਦੇ ਬਹੁਤ ਹੀ ਜ਼ਿਆਦਾ ਮਹਿੰਗੀਆਂ ਨੇ ਤੇ ਜੇ ਕੇਂਦਰ ਸਰਕਾਰ ਨੂੰ ਇਹ ਪ੍ਰੋਜੈਕਟ ਪਸੰਦ ਆ ਗਿਆ ਤਾਂ ਬਾਰਡਰ ਡਰੋਨ ਤੋਂ ਸੁਰੱਖਿਅਤ ਜਿਹੜਾ ਹੈ ਉਹ ਹੋ ਜਾਏਗਾ। ਸੋ ਜ਼ਾਹਰ ਤੌਰ ਤੇ ਹਰ ਕੋਈ ਚਾਹੇਗਾ ਕੇਂਦਰ ਨੂੰ ਵੀ ਇਸ ਤੇ ਛੇਤੀ ਤੋਂ ਛੇਤੀ ਜਿਹੜਾ ਹੈ ਆਪਣੀ ਹਰੀ ਝੰਡੀ ਦੇ ਦੇਣੀ ਚਾਹੀਦੀ ਹੈਗੀ ਆ। ਸੂਤਰ ਇਹ ਵੀ ਦੱਸਦੇ ਨੇ ਕਿ ਬਾਰਡਰ ਤੇ ਸੈਂਸਰ ਤਕਨੀਕ ਦਾ ਟ੍ਰਾਇਲ ਜਿਹੜਾ ਹੈ ਉਹ ਕੀਤਾ ਗਿਆ ਹੈ। ਜੇ ਹਰੇ ਕਿ ਟ੍ਰਾਇਲ ਨਹੀਂ ਕੀਤਾ ਗਿਆ, ਟ੍ਰਾਇਲ ਕੀਤਾ ਗਿਆ ਜਿਸ ਵਿੱਚ ਤਕਰੀਬਨ 3-3 ਕਿਲੋਮੀਟਰ ਦੀ ਦੂਰੀ ਤੇ ਸੈਂਸਰ ਲਗਾਏ ਜਾਂਦੇ ਨੇ। ਇਹ ਸੈਂਸਰ ਘੱਟ ਹਾਈਟ ਦੇ ਉੜਨ ਵਾਲੇ ਡਰੋਨ ਨੂੰ ਡਿਟੈਕਟ ਕਰਦੇ ਨੇ ਤੇ ਉਹਨਾਂ ਦੀ ਲੋਕੇਸ਼ਨ ਨੂੰ ਕੰਟਰੋਲ ਰੂਮ ਤੱਕ ਪਹੁੰਚਾਉਂਦੇ ਨੇ। ਸੋ ਅਜਿਹੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਜਦੋਂ ਇਹ ਟੈਕਨੀਕ ਨੂੰ ਹਰੀ ਝੰਡੀ ਮਿਲ ਜਾਏਗੀ ਤੇ ਬਹੁਤ ਵੱਡਾ ਲਾਹਾ ਜਿਹੜਾ ਹੈ ਉਹ ਮਿਲ ਸਕਦਾ ਹੈਗਾ, ਕਿਉਂਕਿ ਟੈਕਨੀਕ ਹੈ ਤੇ ਟੈਕਨੀਕ ਦੇ ਨਾਲ ਹੀ ਜਿਹੜਾ ਹੈ ਉਹ ਟੈਕਨੀਕ ਨੂੰ ਜਿਹੜੀ ਇਹ ਟੈਕਨੀਕ ਦੇ ਨਾਲ ਸਭ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ। ਸੋ ਟੈਕਨੀਕ ਦੇ ਨਾਲ ਹੀ ਟੈਕਨੀਕ ਨੂੰ ਤੋੜਿਆ ਜਾ ਸਕਦਾ ਹੈ। ਹੁਣ ਗੱਲ ਕਰਾਂਗੇ ਮੂਸੇਵਾਲਾ ਦੀ ਮਾਂ ਦੀ। ਅੱਜ ਨਵੇਂ ਸਾਲ ਦੇ ਉੱਤੇ ਮੂਸੇਵਾਲਾ ਦੀ ਮਾਂ ਨੇ ਆਪਣੇ ਤਰੀਕੇ ਦੇ ਨਾਲ ਵਧਾਈਆਂ ਸਭ ਨੂੰ ਦਿੱਤੀਆਂ, ਪਰ ਨਾਲ ਇਹ ਵੀ ਦੱਸਿਆ ਕਿ 2022 ਦਾ ਸਾਲ ਕਿਸ ਤਰ੍ਹਾਂ ਨਾਲ ਉਹਨਾਂ ਦੇ ਪਰਿਵਾਰ ਨੂੰ ਹੱਸਦਾ ਖੇਡਦਾ ਟੱਬਰ ਜਿਹੜਾ ਹੈ ਉਸ ਨੂੰ ਉਜਾੜ ਗਿਆ। ਇਨਸਾਫ ਦੀ ਗੱਲ ਕੀਤੀ, ਰੋ ਕੇ ਇਨਸਾਫ ਦੀ ਗੱਲ ਕੀਤੀ, ਕਿਹਾ ਕਿ ਬੰਦੇ ਤਾਂ ਫੜ ਲਏ, ਸ਼ੂਟਰ ਤਾਂ ਫੜ ਲਏ, ਪਰ ਜਿਨ੍ਹਾਂ ਦੇ ਨਾਂ ਅਸੀਂ ਲਿਖ ਕੇ ਦਿੱਤੇ ਨੇ ਉਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੈ। ਪੁਲਿਸ ਜਿਹੜੀ ਹੈ, ਏਜੰਸੀਜ਼ ਜਿਹੜੀਆਂ ਨੇ ਉਹ ਮੌਨ ਬੈਠੀਆਂ ਹੋਈਆਂ ਨੇ, ਸਰਕਾਰ ਜਿਹੜੀ ਹੈ ਉਹ ਚੁੱਪ ਬੈਠੀ ਹੋਈ ਹੈਗੀ ਆ, ਉਹਨਾਂ ਦੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ। ਸੋ ਅੱਜ ਮਾਂ ਦਾ ਦਿਲ ਜਿਹੜਾ ਹੈ ਉਹ ਰੋਇਆ ਤੇ ਖੂਬ ਰੋਇਆ। ਜਿਹੜੇ ਫੈਨਸ ਨੇ ਉਹਨਾਂ ਨੇ ਵੀ ਸ਼ਰਧਾਂਜਲੀ ਦਿੱਤੀ, ਉਹਨਾਂ ਨੇ ਵੀ ਆਪਣੇ ਸਿੱਧੂ ਬਾਈ ਨੂੰ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਬਾਈ ਸਾਡਾ ਬਾਈ ਖਾ ਗਿਆ। ਸੋ ਉਸ ਵਕਤ ਤੇ ਜਿਹੜਾ ਮਾਹੌਲ ਬਣਿਆ ਹੋਇਆ ਸੀ ਜਦੋਂ ਮਾਂ ਰੋ ਰਹੀ ਸੀ, ਜਿਸ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਹੈਗੀ ਆ ਫੁੱਲਾਂ ਦੇ ਨਾਲ, ਉਸ ਵਕਤ ਤੇ ਮਾਹੌਲ ਇੰਨਾ ਕੁ ਜ਼ਿਆਦਾ ਗਮਗੀਨ ਹੋ ਗਿਆ ਕਿ ਬਹੁਤ ਸਾਰੇ ਲੋਕਾਂ ਦਾ ਤੇ ਚੇਤੇ ਨਹੀਂ ਕੀਤਾ ਕਿ ਉਹ ਨਵਾਂ ਸਾਲ ਜਿਹੜਾ ਹੈ ਅੱਜ ਦਾ ਪਹਿਲਾ ਦਿਨ ਉਸ ਨੂੰ ਬਰਕਤਾਂ ਵਾਲਾ ਦਿਨ ਮੰਨਣ ਵੀ, ਕਿਉਂਕਿ ਇੱਕ ਪਰਿਵਾਰ ਉੱਜੜ ਜਾਂਦਾ, ਫਿਰ ਉਹਨਾਂ ਦਾ ਸਿੱਧੂ ਬਾਈ ਜਿਹੜਾ ਹੈ ਉਹ ਚਲਾ ਜਾਂਦਾ। ਇਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਤੋਂ ਹੋਰ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ, ਬਦ ਤੋਂ ਬਦਤਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹ ਮਾਂ ਅੱਜ ਵੀ ਰੋਈ ਹੈ ਤੇ ਬਥੇਰਾ ਰੋਈ ਹੈਗੀ ਆ। ਕਹਿੰਦੀ ਬਾਰ-ਬਾਰ ਇੱਕੋ ਗੱਲ ਕਿਵੇਂ ਕਹੀ ਜਾਈਏ, ਬਾਰ-ਬਾਰ ਅਸੀਂ ਕਹਿੰਦੇ ਆਉਂਦੇ ਆ ਮਾਈਕ ਦੇ ਉੱਤੇ ਬੋਲਦੇ ਆ ਚਲੇ ਜਾਂਦੇ ਆ, ਕੀ ਇਨਸਾਫ ਕਰੀ ਜਾਈਏ। ਸਭ ਨੂੰ ਪਤਾ ਹੈ ਕਿ ਇਨਸਾਫ ਜਿਹੜਾ ਹੈ ਅਜੇ ਤੱਕ ਮਿਲਿਆ ਨਹੀਂ, ਜਿਨ੍ਹਾਂ ਦੇ ਨਾਲ ਲਿਖ ਕੇ ਦਿੱਤੇ ਉਹ ਅਜੇ ਤੱਕ ਕੁਝ ਹੋਇਆ ਨਹੀਂ। ਸੋ ਅਜਿਹੇ ਵਿੱਚ ਅੱਜ ਇੱਕ ਵਾਰੀ ਫੇਰ ਤੋਂ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਨਵੇਂ ਸਾਲ ਦੇ ਦਿਨ ਯਾਦ ਕੀਤਾ ਤੇ ਸਭ ਦੇ ਹਿਰਦੇ ਜਿਹੜੇ ਉਹ ਵਲੂੰਦਰੇ ਗਏ। ਹੁਣ ਜਾਂਦੇ ਇੱਕ ਹੋਰ ਖਬਰ ਦਾ ਜ਼ਿਕਰ ਕਰਾਂਗੇ, ਇੱਕ ਅਜਿਹੇ ਸੂਬੇ ਦੀ ਗੱਲ ਕਰਾਂਗੇ। ਅਸੀਂ ਸਾਰੇ ਪੰਜਾਬ ਨੂੰ ਕਹਿੰਦੇ ਆ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪਿਅੱਕੜ ਨੇ। ਅੱਜ ਇਹ ਧਾਰਨਾ ਜਿਹੜੀ ਹੈ ਉਹ ਖਤਮ ਹੋ ਜਾਏਗੀ, ਕਿਉਂਕਿ ਰਾਜਸਥਾਨ ਦੇ ਵਿੱਚ 2 ਦਿਨਾਂ ਦੇ ਵਿੱਚ ਜਿੰਨੀ ਸ਼ਰਾਬ ਵਿਕੀ ਹੈ, ਸਾਰਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਨੇ, ਸਾਰੇ ਹੈਰਾਨ ਹੋ ਗਏ ਨੇ। ਲੋਕ ਜਿਹੜੇ ਨੇ ਉਹ ਸੋਚਾਂ 'ਚ ਪੈ ਗਏ ਨੇ ਕਿ ਸਿਰਫ 30 ਤੇ 31 ਦੇ ਦਿਨ ਇਹ ਜਿਹੜੀ ਸ਼ਰਾਬ ਹੈ, ਇਹ ਇੰਨੀ ਸ਼ਰਾਬ ਕਿਸ ਤਰ੍ਹਾਂ ਵਿਕ ਗਈ। ਦੇਖੋ ਪਿੱਛੇ ਸੀਟੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ, ਮੈਂ ਤੁਹਾਨੂੰ ਕਿਹਾ ਸੀ ਕਿ 1-2 ਦਿਨ ਤੁਹਾਨੂੰ ਮੇਰੇ ਨਾਲ ਐਡਜਸਟ ਜਿਹੜਾ ਹੈ ਉਹ ਕਰਨਾ ਪਏਗਾ, ਮਾਫੀ ਚਾਹੂੰਗੀ ਇਸ ਦੇ ਲਈ। ਪਰ ਤੁਸੀਂ ਸੋਚੋ ਕਿ 2 ਦਿਨਾਂ ਦੇ ਅੰਦਰ ਇੰਨੀ ਸ਼ਰਾਬ ਕਿਸ ਤਰ੍ਹਾਂ ਸੀ। ਤੇ ਗੱਲ ਕਰ ਰਹੇ ਸੀ, ਅਸੀਂ ਮੁਹਿੰਮ ਦੀ ਗੱਲ ਕਰ ਰਹੇ ਸੀ ਕਿ ਇਸ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ਰਾਬ ਨਾਲ ਨਹੀਂ ਦੁੱਧ ਦੇ ਨਾਲ ਕਰਾਂਗੇ। ਤੇ ਇਸ ਸਭ ਮੁਹਿੰਮ ਦੇ ਵਿੱਚ ਇਹ ਕੀ ਹੋ ਗਿਆ, ਅੰਕੜੇ ਦੱਸਾਂਗੀ, ਅੰਕੜੇ ਜਾਣ ਕੇ ਹੈਰਾਨ ਹੋ ਜਾਓਗੇ। ਤੁਹਾਨੂੰ ਦੱਸ दइए कि दारू नहीं दूध से नववर्ष की शुरुआत के बड़े सामाजिक अभियान के बीच राजस्थान में नए साल पर रिकॉर्ड तोड़ शराब बिक्री जम के हुई है, जम के जाम छलके हैं। बहुत सारे ਜਿਹੜੇ ਮੀਡੀਆ ਰਿਪੋਰਟਸ ਨੇ ਉਹਨਾਂ ਨੇ ਇਦਾਂ ਨਾਲ ਲਿਖਿਆ ਹੋਇਆ, ਉਹਨਾਂ ਨੇ ਬੜੇ ਸਵਾਦ ਲੈ ਕੇ ਲਿਖਿਆ ਹੋਇਆ। ਉਹਨਾਂ ਨੇ ਕਿਹਾ ਕਿ ਇਹ ਇੱਕ ਕੌੜਾ ਸੱਚ ਹੈ। ਇਹਦਾ ਖੁਲਾਸਾ ਜਿਹੜਾ ਹੈ ਰਾਜਸਥਾਨ ਦੇ ਹੀ ਜਿਹੜਾ ਹੈਗਾ ਆਬਕਾਰੀ ਵਿਭਾਗ ਹੈਗਾ ਉਸ ਦੀ ਰਿਪੋਰਟ ਵਿੱਚ ਅੰਕੜਿਆਂ ਦੇ ਵਿੱਚ ਇਹ ਸਾਰੇ ਦਾ ਸਾਰਾ ਖੁਲਾਸਾ ਹੋਇਆ ਤੇ ਕਿ ਪ੍ਰਦੇਸ਼ ਦੇ ਵਿੱਚ 30 ਅਤੇ 31 ਦਸੰਬਰ ਨੂੰ 1 ਅਰਬ 11 ਕਰੋੜ ਦੀ ਰਿਕਾਰਡ ਤੋੜ ਸ਼ਰਾਬ ਦੀ ਵਿਕਰੀ ਹੋਈ ਹੈ ਤੇ ਪ੍ਰਦੇਸ਼ ਵਿੱਚ ਇਸ ਤੋਂ ਪਹਿਲਾਂ ਕਿਸੇ ਵੀ ਨਵੇਂ ਸਾਲ ਦੇ ਮੌਕੇ ਤੇ ਇੰਨੀ ਸ਼ਰਾਬ ਜਿਹੜੀ ਉਹ ਨਹੀਂ ਵਿਕੀ ਹੈਗੀ। 87.82 ਕਰੋੜ ਰੁਪਏ ਦੀ ਅੰਗਰੇਜ਼ੀ ਸ਼ਰਾਬ ਵਿਕੀ ਹੈ, ਜਿਸ ਵਿੱਚੋਂ ਇੰਪੋਰਟਡ ਸ਼ਰਾਬ
35.26 करोड़ दी विकी है, जद के 19 करोड़ 95 लाख रुपए दी बीयर है। बाकी अंकड़ा देसी शराब दा है। सो आबकारी सूत्रों के मुताबिक इस साल ईयर एंड ते हुण तक दी सब तो वड्डी शराब विक्री हैगी आ। सो कोरोना दियां पाबंदियां हटन दे बाद जम के पार्टियां हुईयां, पर ये अंकड़े जड़े वो इस तरह नाल हैरान कर गए ते थोड़ा मैनू मेरे वर्गियां नू परेशान भी कर गए कि एडी शराब विकी है, मतलब एडी शराब, वो भी सिर्फ 30 ते 31 नू। ये तां कमाल ही हो गई हैगी आ। बाकी नवा साल थोड़े सब का बहुत वधिया रहे। कोशिश करिए कि हेल्दी रहिए, कोशिश करिए, क्योंकि हेल्थ हर किते होनी चाहिए। हेल्थ जो शरीर की तो होनी चाहिए है, मानसिक हेल्थ जी बहुत ज़्यादा इंपॉर्टेंट हैगी आ, रिश्तियां की हेल्थ जी बहुत ज़्यादा इंपॉर्टेंट है। तो जो एक हेल्थ कॉमन फैक्टर जड़ा है, जो वो सही रहे तो फिर बाकी सारिया चीज़ां जड़ियां सही रहिंदियां हैगियां। अरदास है, वाहिगुरू नूं अरदास है कि सारा साल जड़ा अगला साल थोड़े वास्ते, अगला साल नहीं हुण तां आही वाला साल, आह वाला साल जड़ा है थोड़े वास्ते खुशियां लैके आए। ते आ जड़े जदों भी हुण शो होए कोई भी डिस्टर्बेंस ना होए, ये भी रब नूं कह दिंदे हैगे, क्योंकि पिछों कदी कोई सीटी वजदी है, कदी बच्चे की आवाज़ आ जाती हैगी आ, कदी किसी बाइक का हॉर्न आ जाता हैगा। फिर तो माफ़ी चाहांगी, मैं बहुत बारी माफ़ी मंग लैंदी वैसे शो दे विच, पर यह मजबूरी हैगी आ। पर क्योंकि शो मिस नहीं होना चाहिए हैगा, जिथे मर्जी बैठिए बस उत्थे आपां जिहड़ी कुर्सी हैगी अपनी गड्ड देनी हुंदी आ। क्योंकि तुहानूं सारियां खबरां दईए, हाईलाइट्स का जिक्र करिए, ते हाईलाइट्स जदों आपां दसदे हुंदे आ, जदों चर्चा करने हुंदे आ, तां तुहाडे कॉमेंट्स जिहड़े ने बहुत ज़्यादा जरूरी हुंदे ने, क्योंकि साडियां जिहड़ियां एफर्ट्स हैगियां ने वो इत्थों ही पता लगदा है कि तुसीं किन्ना इस शो नूं देख रहे हो, किन्ना पसंद कर रहे हो। तो जे शिकायत भी रखते हो तो वह भी सिर मत्थे हैगी आ। सो अजिहे विच इन्ना ही चाहांगे कि जिंदगी जड़ी है थोड़ी गुलजार रहे, कोई भी दुख ना आए, तत्ती वाह ना लगे, बच्चों नूं बहुत बहुत प्यार, वड्डियां नूं बहुत बहुत सत्कार, ते जड़े हांडदे हैगे ने उन्हां नूं मैं की कहां, उन्हां नूं नवे साल दी मुबारकबाद, उन्हां नूं भी नवे साल दी मुबारकबाद। बहुत बहुत ध्यान रखियो अपना, ठीक है ना। सत श्री अकाल।